अस्सलाम वालेकुम जी। एक नई वीडियो ਦੇ ਨਾਲ ਮੇਰੀ ਤਰਫੋਂ ਸਭ ਨੂੰ ਵਾਰਮ ਵੈਲਕਮ ਮੇਰੇ ਚੈਨਲ ਤੇ। ਅੱਜ ਦਾ ਬੇਸਿਕ ਮਕਸਦ ਐਸੀ ਟੌਪਿਕ ਐਸੀ ਹੈ ਵੀਡੀਓ ਬਣਾਉਣ ਦਾ ਕਿ ਸਪੇਨ ਦੇ ਵਿੱਚ ਨੈਸ਼ਨੈਲਿਟੀ ਦੇ ਦੌਰਾਨ ਐਗਜ਼ਾਮ ਮੁxtਲਿਫ ਐਗਜ਼ਾਮ ਹੁੰਦੇ ਨੇ, ਦੋ ਐਗਜ਼ਾਮ, ਔਰ ਕਿਹੜੇ ਇਹੋ ਜਿਹੇ ਤਰੇ ਤਰੀਕੇ ਨੇ ਜਾਂ ਕਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਉਹ ਬਿਨਾਂ ਉਹ ਐਗਜ਼ਾਮ ਦਿੱਤਿਆਂ ਨੈਸ਼ਨੈਲਿਟੀ ਅਪਲਾਈ ਕਰ ਸਕਦੇ ਨੇ। ਇਹ ਬੇਸਿਕ ਟੌਪਿਕ ਹੈ। ਹੁਣ ਅਸੀਂ ਜਿਹੜੇ ਵਿਊਵਰਸ ਨਵੇਂ ਨੇ ਜਾਂ ਜਿਹੜੇ ਸਪੇਨ ਤੋਂ ਬਾਹਰ ਨੇ ਉਹਨਾਂ ਵਾਸਤੇ ਥੋੜ੍ਹੀ ਜਿਹੀ ਡਿਟੇਲ ਦੱਸਦੀ ਹੈ ਕਿ ਸਪੇਨ ਦੇ ਵਿੱਚ ਜਦੋਂ ਵੀ ਕੋਈ ਬੰਦਾ, ਖਾਸ ਤੌਰ 'ਤੇ ਅਸੀਂ ਜਿਹੜੇ ਪਾਕਿਸਤਾਨੀ ਇੰਡੀਅਨਸ ਹਾਂ, ਜਦੋਂ ਸਾਨੂੰ ਲੀਗਲ 10 ਸਾਲ ਹੋ ਜਾਂਦੇ ਤੇ ਅਸੀਂ ਨੈਸ਼ਨੈਲਿਟੀ ਅਪਲਾਈ ਕਰਨੇ ਆ ਤੇ ਮੁਤਲਕਾ ਡਾਕੂਮੈਂਟਸ ਤੋਂ ਇਲਾਵਾ ਸਾਡੇ ਕੋਲ ਮੰਗਦੇ ਨੇ ਕਿ ਅਸੀਂ ਸਪੇਨ ਦੀ ਜ਼ੁਬਾਨ ਦਾ ਔਰ ਕਲਚਰ ਦਾ ਟੈਸਟ ਜਾਂ ਦਿੱਤੇ ਆਵੇ, ਐਗਜ਼ਾਮ ਸਾਡਾ ਕਲੀਅਰ ਹੋਇਆ ਹੋਵੇ। ਠੀਕ ਹੈ ਜੀ। ਇਹ ਜਿਹੜੀ ਪ੍ਰੋਬਲਮ ਹੈ ਕਿੱਥੋਂ ਸ਼ੁਰੂ ਹੋਈ ਸੀ ਉਹਨਾਂ ਤੇ ਸ਼ੁਰੂ ਕਰਨੇ ਆ। 2015 ਤੋਂ ਪਹਿਲੇ ਜਾਂ 2015 ਤੱਕ ਜਿਹੜੇ ਰਜਿਸਟਰ ਸਿਵਲ ਨੇ ਜਾਂ ਸਪੇਨ ਦੀ ਅਦਾਲਤ ਦਾ ਜਿਹੜਾ ਦਫ਼ਤਰ ਹੈ ਰਜਿਸਟਰ ਸਿਵਲ, ਉਹ ਐਗਜ਼ਾਮ ਨਹੀਂ ਸੀ ਮੰਗਦੇ ਹੈ। ਉਹ ਉੱਥੇ ਜਾ ਕੇ ਬੰਦੇ ਦਾ ਇੰਟਰਵਿਊ ਲਿਆ ਜਾਂਦਾ ਸੀ ਹੈ, ਠੀਕ ਹੈ। ਉਹਦਾ ਚੈੱਕ ਕੀਤਾ ਜਾਂਦਾ ਸੀ ਹੈ ਕਿ ਜਦੋਂ ਬੰਦਾ ਕੋਈ ਵੀ ਜਾ ਕੇ ਪਰਸਨਲੀ ਪ੍ਰੈਜ਼ੈਂਸ ਕਰਕੇ ਆਪਣੀ ਨੈਸ਼ਨੈਲਿਟੀ ਅਪਲਾਈ ਕਰਦਾ ਸੀ ਤੇ ਉਹਦੇ ਕੋਲੋਂ ਉਹ ਇੰਟਰਵਿਊ ਲਿਆ ਜਾਂਦਾ ਸੀ, ਜਿਹਦੇ ਵਿੱਚ ਉਹ ਜ਼ਬਾਨ ਦੇ ਬਾਰੇ ਔਰ ਕਲਚਰ ਦੇ ਬਾਰੇ ਹਲਕਾ ਫੁਲਕਾ ਪੁੱਛਿਆ ਜਾਂਦਾ ਸੀ ਔਰ ਉਹਦੇ ਕੋਲ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਕਿਆ ਇਹ ਬੰਦਾ ਸਾਡੀ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕਰਦਾ ਜਾਂ ਨਹੀਂ ਕਰਦਾ। ਉਹਦੇ ਵਿੱਚ ਫਿਰ ਕੋਈ ਮੁਤਲਕਾ ਕੋਈ ਮੇਨ ਕਾਨੂੰਨ ਨਹੀਂ ਸੀ ਹੈ ਕਿ ਕੀ ਸਵਾਲਾਤ ਪੁੱਛੇ ਜਾਣਗੇ ਜਾਂ ਨਾ ਹੀ ਸਪੇਨ ਲੈਵਲ ਦੇ ਜਨਰਲ ਕੋਈ ਇਹੋ ਜਿਹਾ ਕੋਈ ਪ੍ਰੋਸੀਜਰ ਸੀ ਹੈ, ਜਿਹਦੀ ਵਜ੍ਹਾ ਤੋਂ ਫਿਰ ਡਿਪੈਂਡ ਕਰਦਾ ਸੀ ਕਿ ਕਿਹੜੇ ਰਜਿਸਟਰ ਸਿਵਲ 'ਚ, ਕਿਹੜੇ ਸੂਬੇ 'ਚ, ਕਿਹੜੇ ਸ਼ਹਿਰ 'ਚ, ਕਿਹੜੇ ਪਿੰਡ 'ਚ ਕੌਣ ਬੈਠੇ ਹੈ ਮੁਤਲਕਾ ਸੀਟ 'ਤੇ ਔਰ ਉਹ ਕੀ ਸਵਾਲ ਪੁੱਛਦੇ ਹੈ। ਔਰ ਕਈਆਂ ਜਗ੍ਹਾ 'ਤੇ ਬਹੁਤ ਮੁਸ਼ਕਿਲ ਹੁੰਦਾ ਸੀ ਔਰ ਕਈਆਂ ਜਗ੍ਹਾ 'ਤੇ ਬਹੁਤ ਹੀ ਆਸਾਨ ਜਿਹੇ ਸਵਾਲ ਹੁੰਦੇ ਸੀ ਔਰ ਉਹ ਬੰਦੇ ਉਹ ਕਲੀਅਰ ਕਰਕੇ ਤੇ ਨਿਕਲ ਜਾਂਦੇ ਸੀ ਔਰ ਤਕਰੀਬਨ ਮੈਜੋਰਟੀ ਨੂੰ ਨੈਸ਼ਨੈਲਿਟੀ ਮਿਲ ਜਾਂਦੀ ਸੀ ਹੈ। ਠੀਕ ਹੈ ਜੀ। ਉਸ ਦਾ ਇੱਕ ਨੁਕਸਾਨ ਇਹ ਵੀ ਹੁੰਦਾ ਸੀ ਹੈ ਕਿ ਬਾਅਦ ਦਫਾ ਬੰਦਾ ਸਮਝਦਾ ਸੀ ਕਿ ਮੈਂ ਐਗਜ਼ਾਮ ਸਹੀ ਕਲੀਅਰ ਕਰ ਲਿਆ ਹੈ, ਕਿਉਂਕਿ ਐਗਜ਼ਾਮ ਤਾਂ ਸੋਰੀ ਹੁੰਦਾ ਨਹੀਂ ਸੀ, ਉਹ ਮੁਤਲਕਾ ਸਵਾਲਾਤ ਜਿਹੜੇ ਸੀ ਮੈਂ ਕਲੀਅਰ ਕਰ ਲੈਣੇ, ਲੇਕਿਨ ਉਹ ਉੱਥੇ ਦੱਸਦੇ ਨਹੀਂ ਸੀ ਹੈ ਕਿ ਤੁਸੀਂ ਕਲੀਅਰ ਹੋ, ਨਹੀਂ ਕਲੀਅਰ ਹੈ ਜਾਂ ਇਹ ਹੈ ਉਹ ਹੈ। ਉਹ ਜਦੋਂ ਬਾਅਦ 3 ਸਾਲ ਦੀ ਪ੍ਰੋਸੈਸ ਤੋਂ ਬਾਅਦ ਨੈਸ਼ਨੈਲਿਟੀ ਰਿਜੈਕਟ ਹੁੰਦੀ ਸੀ ਤਾਂ ਫਿਰ ਉਹਦੇ ਵਿੱਚ ਰੀਜ਼ਨ ਇਹ ਦਿੱਤਾ ਜਾਂਦਾ ਸੀ ਹੈ ਕਿ ਤੁਹਾਡਾ ਐਗਜ਼ਾਮ ਜਿਹੜਾ ਉਹ ਤੁਹਾਡਾ ਨਹੀਂ ਸੀ ਠੀਕ ਹੈ ਜਾਂ ਤੁਸੀਂ ਸਾਡੇ ਕਲਚਰਲੀ ਸਾਡੀ ਸੋਸਾਇਟੀ 'ਚ ਇੰਟੀਗ੍ਰੇਟ ਨਹੀਂ ਕਰ ਸਕਦੇ, ਇਸ ਕਰਕੇ ਤੁਹਾਨੂੰ ਅਸੀਂ ਨੈਸ਼ਨੈਲਿਟੀ ਨਹੀਂ ਦਿੰਦੇ ਹੈ। ਇਹ ਵੀ ਜਿੱਥੇ ਬੰਦਿਆਂ ਵਾਸਤੇ ਫਾਇਦੇ ਸੀ ਉੱਥੇ ਨੁਕਸਾਨਾਤ ਵੀ ਸੀ ਹੈ। 2015 ਵਿੱਚ ਫਿਰ ਗੌਰਮੈਂਟ ਨੇ ਇਸ ਦੇ ਉੱਤੇ ਬਹਿ ਕੇ ਬਾਕਾਇਦਾ ਇਸ ਪ੍ਰੋਸੈਸ ਨੂੰ ਆਗਾਜ਼ ਕੀਤਾ ਔਰ ਉਹਨਾਂ ਨੇ ਮੋਰ ਸਬਜੈਕਟਿਵ ਵੇ ਨਾਲ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਉਹ ਦੋ ਐਗਜ਼ਾਮ ਲੈ ਕੇ ਆਏ। ਇੱਕ ਨੂੰ ਕਹਿੰਦੇ DEL ਦੇਲੇ ਜਿਹੜਾ ਸਪੈਨਿਸ਼ ਜ਼ਬਾਨ ਦੇ ਬਾਰੇ ਹੁੰਦਾ ਔਰ ਇੱਕ ਹੁੰਦਾ CCSC ਜਿਹੜਾ ਸਪੇਨ ਦੇ ਕਲਚਰ ਦੇ ਬਾਰੇ ਹੁੰਦਾ। ਇਹ ਐਗਜ਼ਾਮ ਹੁੰਦਾ ਹੁਣ ਬਾਕਾਇਦਾ ਇਹਦੇ ਵਾਸਤੇ ਅਪਲਾਈ ਕਰਨਾ ਪੈਂਦਾ, ਸਕੂਲ ਵੀ ਬਣੇ ਨੇ ਉਹ ਵੀ ਸਿਖਾਉਂਦੇ ਨੇ ਇਹਨੂੰ ਹੈ ਔਰ ਉਹ ਪਾਸ ਕਰਕੇ ਉਹਦੇ ਸਰਟੀਫਿਕੇਟ ਨਾ ਲਗਾਓਗੇ ਤਾਂ ਫਿਰ ਉਹ ਪਤਾ ਚੱਲ ਜਾਏਗਾ ਕਿ ਬੰਦਾ ਐਗਜ਼ਾਮ ਦਾ ਫਾਲਤਾ ਨਹੀਂ ਬਣੇਗਾ, ਕੋਈ ਹੋਰ ਫਾਲਤੇ ਦੀ ਵਜ੍ਹਾ ਤੋਂ ਜਾਂ ਕਿਸੇ ਹੋਰ ਚੀਜ਼ ਦੇ ਲੈਸ ਹੋਣ ਦੀ ਵਜ੍ਹਾ ਨੈਸ਼ਨੈਲਿਟੀ ਰਿਜੈਕਟ ਹੋ ਜਾਏ ਤਾਂ ਉਹ ਇੱਕ ਲਹਿਦਾ ਬਾਤ ਹੈ, ਲੇਕਿਨ ਇਸ 'ਚੋਂ ਬੰਦਾ ਕਲੀਅਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੇ ਬੰਦੇ 18 ਸਾਲ ਤੋਂ ਘੱਟ ਉਮਰ ਦੇ ਸੀ ਹੈ ਉਹਨਾਂ ਵਾਸਤੇ ਵੀ ਜ਼ਰੂਰੀ ਨਹੀਂ ਸੀ ਹੈ ਕਿ ਉਹ ਇਹ ਦੋਨੇ ਐਗਜ਼ਾਮ ਪਾਸ ਕਰਨ ਹੈ। ਇਸ ਤੋਂ ਇਲਾਵਾ ਜਿਹੜੇ ਮੁਲਕਾਂ ਦੇ ਬੰਦਿਆਂ ਦੀ ਜ਼ਬਾਨ ਮਾਦਰੀ ਜ਼ਬਾਨ ਸਪੈਨਿਸ਼ ਹੈ, ਮਿਸਾਲ ਤੌਰ 'ਤੇ ਲਤੀਨੋ ਅਮਰੀਕਾ ਦੇ ਕਾਫੀ ਮੁਲਕ ਨੇ ਜਿਹੜੇ ਸਪੈਨਿਸ਼ ਬੋਲਦੇ ਨੇ ਬ੍ਰਾਜ਼ੀਲ ਤੋਂ ਇਲਾਵਾ, ਤੇ ਉਹਨਾਂ ਵਾਸਤੇ ਵੀ ਜ਼ਰੂਰੀ ਨਹੀਂ ਸੀ ਹੈ ਕਿ ਉਹ ਦੇਲੇ ਦਾ ਐਗਜ਼ਾਮ ਦੇਣ, ਲੇਕਿਨ ਕਲਚਰ ਦਾ ਐਗਜ਼ਾਮ CCSC ਉਹਨਾਂ ਨੂੰ ਦੇਣਾ ਲਾਜ਼ਮੀ ਸੀ ਹੈ। ਠੀਕ ਹੈ ਜੀ। ਐਸੀ ਮੇਨ ਵਜ੍ਹਾ ਜਿਹਦੀ ਵਜ੍ਹਾ ਤੋਂ ਐਗਜ਼ਾਮ ਦਾ ਮਸਲਾ ਬਣਿਆ ਸੀ। ਫਿਰ ਹੁਣ ਪਿੱਛੇ ਜੇ ਵੀ ਸਾਡੇ ਮੈਂ ਸਟੋਰੀ ਵੀ ਪਾਈ ਸੀ ਹੈ ਫੇਕ ਸਰਟੀਫਿਕੇਟ, ਤੇ ਫਿਰ ਸਾਡੇ ਬੰਦੇ ਜਿਹੜੇ ਨੇ ਨਹੀਂ ਕਰ ਸਕਦੇ ਸੀ, ਹਾਲਾਂਕਿ ਬੜਾ ਈਜ਼ੀ ਪ੍ਰੋਸੈਸ ਹੈ, ਤੇ ਉਹਦੇ 'ਤੇ ਫਿਰ ਲੋਕ ਜਿਹੜੇ ਨੇ ਫੇਕ ਸਰਟੀਫਿਕੇਟਾਂ ਵੱਲ ਚਲੇ ਗਏ। ਕਈਆਂ ਨੇ ਲੋਕਾਂ ਨੂੰ ਭਾਗ ਕੇ ਆਪਣੇ ਐਗਜ਼ਾਮ ਦੇਣਾ ਸ਼ੁਰੂ ਕਰ ਦਿੱਤੇ ਆ। ਫਿਰ ਹੁਣ ਪਿੱਛੇ ਜੇ ਸਪੇਨ ਦੀ ਪੁਲਿਸ ਨੇ ਬਹੁਤ ਬੰਦੇ ਫੜੇ ਨੇ ਹੈ ਔਰ ਉਹਦੇ 'ਤੇ ਉਹਨਾਂ ਨੇ 1300-1400 ਬੰਦੇ ਨੂੰ ਦਾ ਸਰਟੀਫਿਕੇਟ ਨੂੰ ਇਲੀਗਲ ਕਰਾ ਦਿੱਤਾ। ਇਹਦੇ 'ਚ ਉਹ ਵੀ ਵਿਚਾਰੇ ਬੰਦੇ ਜਿਹੜੇ ਓਰੀਜਨਲ 'ਚ ਪੇਅਰ ਹੋਏ ਸੀ, ਲੇਕਿਨ ਜਿਨ੍ਹਾਂ ਨੇ ਆਪਣੇ ਸਰਟੀਫਿਕੇਟ ਜਿਹੜੇ ਨੇ ਉਹ ਇੱਕ ਜਗ੍ਹਾ ਤੋਂ ਤਾਸਾ ਪੇ ਕੀਤਾ ਸੀ ਉਹ ਵੀ ਵਿੱਚ ਆ ਗਏ ਸੀ ਹੈ। ਹੁਣ ਅਸੀਂ ਇਸ ਪ੍ਰੋਸੈਸ ਦੀ ਤਰਫ ਆਉਂਦੇ ਹਾਂ
ਕਿ ਕੀ ਹੁੰਦਾ ਪ੍ਰੋਸੈਸ ਹੈ ਕਿ ਕਿਹੜੇ ਉਹ ਤਿੰਨ ਤਰੀਕੇ ਨੇ ਜਾਂ ਕਿਹੜੇ ਉਹ ਤਿੰਨ ਬੰਦੇ ਨੇ ਕਿਸਮਾਂ ਦੇ ਜਿਹੜੇ ਇਹ ਐਗਜ਼ਾਮ ਤੋਂ ਐਗਜ਼ੈਂਪਟਡ ਹੁੰਦੇ ਨੇ, ਜਿਨ੍ਹਾਂ ਨੂੰ ਐਗਜ਼ਾਮ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਹ ਨਾਰਮਲੀ ਇੱਕ ਸਰਟੀਫਿਕੇਟ ਹੁੰਦਾ ਹੈ, ਠੀਕ ਹੈ ਜੀ। ਜਦੋਂ ਵੀ ਹੁਣ ਅੱਜ ਕੱਲ੍ਹ ਆਨਲਾਈਨ ਨੈਸ਼ਨੈਲਿਟੀ ਅਪਲਾਈ ਹੁੰਦੀ ਹੈ, ਔਰ ਜਦੋਂ ਵੀ ਤੁਸੀਂ ਆਨਲਾਈਨ ਨੈਸ਼ਨੈਲਿਟੀ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਇਹ ਸਰਟੀਫਿਕੇਟ ਜਾਂ ਐਗਜ਼ਾਮ ਦਿੱਤੇ ਦਾ ਲਾਣਾ ਪੈਂਦਾ ਜਾਂ ਐਗਜ਼ਾਮ ਤੋਂ ਐਗਜ਼ੈਂਪਟਡ ਦਾ ਸਰਟੀਫਿਕੇਟ ਨਾਲ ਲੈਣਾ ਪੈਂਦਾ, ਤਦ ਜਾ ਕੇ ਤੁਹਾਡੀ ਨੈਸ਼ਨੈਲਿਟੀ ਦਾ ਪ੍ਰੋਸੈਸ ਜਿਹੜਾ ਮਜ਼ੀਦ ਫਰਦਰ ਪ੍ਰੋਸੈਸ ਹੁੰਦਾ ਹੈ, ਠੀਕ ਹੈ ਜੀ। ਇਹਦੇ ਵਿੱਚ ਤਿੰਨ ਤਰੀਕੇ ਨੇ ਹੈ। ਇੱਕ ਨੂੰ ਕਹਿੰਦੇ ਨੇ ਡਿਸਪੈਂਸਾ ਟੋਟਲ, ਯਾਨੀ ਕਿ ਟੋਟਲੀ ਇਹ ਉਹ ਬੰਦੇ ਨੇ ਜਿਹੜੇ ਬਿਲਕੁਲ ਨਾ ਲਿਖ ਸਕਦੇ ਨੇ ਨਾ ਪੜ੍ਹ ਸਕਦੇ ਨੇ, ਯਾਨੀ ਕਿ ਉਹਨਾਂ 'ਚ ਕੋਈ ਕਪੈਸਿਟੀ ਨਹੀਂ ਹੈ, ਠੀਕ। ਦੂਜਾ ਵੇ ਡਿਸਪੈਂਸਾ ਪਾਰਸ਼ੀਅਲ, ਠੀਕ ਹੈ ਜੀ, ਪਾਰਸ਼ੀਅਲ ਵੇਵਰ ਜਿਹਨੂੰ ਕਹਿੰਦੇ ਨੇ। ਇਹ ਉਹਨਾਂ ਗੈਰ ਮੁਲਕੀਆਂ ਵਾਸਤੇ ਸਪੈਸ਼ਲ ਬਣਾਇਆ ਗਿਆ ਜਿਨ੍ਹਾਂ ਨੂੰ ਸਿੱਖਣੇ ਵਾਸਤੇ, ਕੋਈ ਵੀ ਚੀਜ਼ ਸਿੱਖਣ ਵਾਸਤੇ ਮੁਸ਼ਕਲਾਤ ਪੇਸ਼ ਆਉਂਦੀਆਂ ਨੇ, ਔਖਾ ਕੰਮ ਇਹਨਾਂ ਵਾਸਤੇ ਸਿੱਖਣਾ। ਜਿਸ ਤਰ੍ਹਾਂ ਸਾਡੇ ਲੋਕ ਨੇ ਬੁੱਢੇ ਹੁਣ ਇੱਥੇ ਆ ਗਏ ਨੇ, ਹੈ ਉਹ ਪਿੱਛੇ ਵੀ ਪੜ੍ਹੇ ਲਿਖੇ ਨਹੀਂ ਸੀ, ਉਸ ਸੋਸ਼ਲ ਕਲਚਰ 'ਚ ਵੀ ਇੰਟੀਗ੍ਰੇਟ ਨਹੀਂ ਹੋ ਸਕੇ ਹੈ, ਉਹਨਾਂ ਵਾਸਤੇ ਇਹ ਸਰਟੀਫਿਕੇਟ ਕਿਹਾ ਗਿਆ ਕਿ ਜਿਹਨੂੰ ਕਹਿੰਦੇ ਨੇ ਡਿਸਪੈਂਸਾ ਪਾਰਸ਼ੀਅਲ। ਤੀਸਰਾ ਤਰੀਕਾ ਉਹ ਹੋਵੇ ਕਿ ਉਹਨਾਂ ਵਾਸਤੇ ਕਿ ਜਿਹੜੇ ਬੱਚੇ 18 ਸਾਲ ਤੋਂ ਉੱਤੇ ਹੋ ਗਏ ਨੇ ਲੇਕਿਨ ਉਹ ਸਪੇਨ ਦੇ ਸਕੂਲਾਂ 'ਚ ਪੜ੍ਹੇ ਨੇ ਹੈ ਔਰ ਉਹਨਾਂ ਨੇ ਏਸੋ ਕੀਤੇ ਹੈ, ਠੀਕ ਹੈ ਜੀ। ਏਸੋ ਹੁੰਦਾ ਜਿਹੜਾ ਹਾਈ ਸਕੂਲ ਦਾ ਕੰਪਲੀਟ ਹੁੰਦੀ, ਜਿਹਨੂੰ 4 ਸਾਲ ਦੀ ਕੰਪਲਸਰੀ ਐਜੂਕੇਸ਼ਨ ਕਹਿੰਦੇ ਨੇ, ਸੈਕੰਡਰੀ ਐਜੂਕੇਸ਼ਨ, ਠੀਕ ਹੈ ਜੀ। ਉਹ ਜਿਹਨਾਂ ਨੇ ਏਸੋ ਕੀਤੇ ਹੈ ਉਹ ਵੀ ਕਿਸੇ ਸਰਟੀਫਿਕੇਟ ਦੀ ਉਹਨਾਂ ਨੂੰ ਜ਼ਰੂਰਤ ਨਹੀਂ, ਉਹ ਵੀ ਏਸੋ ਦਾ ਸਰਟੀਫਿਕੇਟ ਨਾਲ ਲਾਣਗੇ ਔਰ ਉਹਨੂੰ ਵੀ ਨੈਸ਼ਨੈਲਿਟੀ ਅਪਲਾਈ ਕਰ ਲੈਣਗੇ ਹੈ, ਠੀਕ ਹੈ ਜੀ। ਹੁਣ ਇਹਦੇ 'ਚ ਹੁੰਦਾ ਕੀ ਹੈ, ਜਿਹੜੇ ਪਹਿਲੇ ਦੋ ਨੇ ਜਾਂ ਡਿਸਪੈਂਸਾ ਟੋਟਲ ਜਾਂ ਡਿਸਪੈਂਸਾ ਪਾਰਸ਼ੀਅਲ, ਇਹਨਾਂ ਨੇ ਕੀ ਕਰਨਾ ਹੁੰਦਾ, ਮਿਨਿਸਟਰੀ ਆਫ ਜਸਟਿਸ ਜਾਣਾ ਹੁੰਦਾ, ਮਿਨਿਸਟਰੀ ਦੇ ਜਸਟਿਸ ਔਰ ਉੱਥੇ ਜਾ ਕੇ ਆਪਣੀ ਐਪਲੀਕੇਸ਼ਨ ਫਾਈਲ ਕਰਨੀ ਹੁੰਦੀ ਹੈ ਕਿ ਮੈਨੂੰ ਸਰਟੀਫਿਕੇਟ ਦੇ ਡਿਸਪੈਂਸਾ ਚਾਹੀਦਾ ਕਿ ਮੈਂ ਨਾ ਪੜ੍ਹ ਸਕਣਾ ਨਾ ਲਿਖ ਸਕਣਾ, ਠੀਕ ਹੈ ਜੀ। ਉਹ ਫਿਰ ਉਸ ਦੇ ਨਾਲ ਮੁਤਲਕਾ ਡਾਕੂਮੈਂਟਸ ਲਾਣਗੇ ਕਿ ਇਹ ਚੀਜ਼ ਮੈਂ, ਯਾਨੀ ਕਿ ਆਪਣੀ ਬੇਸ ਨੂੰ ਸਾਬਤ ਕਰਨ ਵਾਸਤੇ, ਠੀਕ ਹੈ ਜੀ। ਔਰ ਇਸ ਪ੍ਰੋਸੈਸ ਨੂੰ ਕਾਫੀ ਮਹੀਨੇ ਲੱਗ ਜਾਣਗੇ। ਉਸ ਤੋਂ ਬਾਅਦ ਮਿਨਿਸਟਰੀ ਦੇ ਜਸਟਿਸ ਫੈਸਲਾ ਕਰੇਗੀ ਕਿ ਇਸ ਬੰਦੇ ਨੂੰ ਸਰਟੀਫਿਕੇਟ ਡਿਸਪੈਂਸਾ ਟੋਟਲ ਦਾ ਦੇਣਾ ਚਾਹੀਦਾ ਜਾਂ ਡਿਸਪੈਂਸਾ ਪਾਰਸ਼ੀਅਲ ਦਾ। ਅਗਰ ਟੋਟਲ ਦਾ ਦੇ ਦੇਣ, ਟੋਟਲੀ ਵੇਵਰ ਹੋ ਜਾਏ, ਫਿਰ ਤਾਂ ਜ਼ਰੂਰਤ ਨਹੀਂ ਹੈ, ਫਿਰ ਤਾਂ ਚੁੱਪ ਕਰਕੇ ਉਹ ਸਰਟੀਫਿਕੇਟ ਨਾਲ ਲੱਗੇਗਾ, ਨੈਸ਼ਨੈਲਿਟੀ ਅਪਲਾਈ ਹੋ ਜਾਏਗੀ। ਲੇਕਿਨ ਅਗਰ ਉਹ ਮਿਨਿਸਟਰੀ ਦੇ ਜਸਟਿਸ ਸਮਝਦੀ ਹੈ ਕਿ ਨਹੀਂ ਟੋਟਲ ਨਹੀਂ ਪਾਰਸ਼ੀਅਲ ਦਿੱਤਾ ਜਾਏ, ਯਾਨੀ ਕਿ ਅੱਧਾ ਸਰਟੀਫਿਕੇਟ ਦਿੱਤਾ ਜਾਏ, ਅੱਧਾ ਅਸੀਂ ਇਹਨੂੰ ਚੈੱਕ ਕਰਾਂਗੇ, ਤੇ ਫਿਰ ਜਿਹੜਾ ਉਹ ਸਰਟੀਫਿਕੇਟ ਲੈ ਕੇ ਤੇ ਉਸ ਤੋਂ ਬਾਅਦ ਤੁਹਾਡਾ ਇੱਕ ਐਗਜ਼ਾਮ ਹੋਵੇਗਾ ਓਰਲੀ ਦਾ ਮਤਲਬ ਹੁੰਦਾ ਕਿ ਉਹ ਬਹਿ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨਗੇ, ਤੁਹਾਨੂੰ ਬੁਲਾਉਣਗੇ, ਉਹਦੇ ਵਿੱਚ ਤੁਹਾਡੇ ਕੋਲ ਸਪੇਨ ਦੇ ਬਾਰੇ ਗੱਲਾਂ ਪੁੱਛਣਗੇ, ਸਪੈਨਿਸ਼ ਤੁਹਾਡੇ ਨਾਲ ਬੋਲਣਗੇ, ਠੀਕ ਹੈ ਜੀ। ਤੁਹਾਨੂੰ ਕਹਿਣਗੇ ਇਹ ਚੀਜ਼ ਸੁਣੋ, ਉਹਦੀ ਸਮਝ ਆਉਂਦੀ ਪਈ ਹੈ, ਇਹ ਚੀਜ਼ ਸੁਣੋ, ਯਾਨੀ ਕਿ ਓਵਰਆਲ ਬੰਦੇ ਦਾ ਅੰਦਾਜ਼ਾ ਕਰਨਗੇ ਕਿ ਇਹ ਬੰਦਾ ਇੰਨੇ ਸਾਲ ਸਾਡੇ ਮੁਲਕ 'ਚ ਰਿਹਾ ਔਰ ਇਹਨੂੰ ਕੁਝ ਸਮਝ ਆਈ ਹੈ ਸਾਡੇ ਕਲਚਰ ਦੀ ਜਾਂ ਨਹੀਂ ਆਈ ਹੈ। ਨਾਰਮਲੀ ਤੌਰ 'ਤੇ ਡਿਸਪੈਂਸਾ ਪਾਰਸ਼ੀਅਲ ਦਾ ਉਹਨਾਂ ਬੰਦਿਆਂ ਵਾਸਤੇ ਲਾਜ਼ਮੀ ਕਰਾਰ ਦੇ ਦਿੰਦੇ ਨੇ ਜਿਹੜੇ ਯੰਗ ਹੁੰਦੇ ਨੇ, ਹੈ ਉਹ ਸਮਝਦੇ ਨੇ ਕਿ ਇਹ ਤੇ ਇਹ ਬਿਲਕੁਲ ਜਵਾਨ ਨੇ ਜਾਂ 30 35 40 ਸਾਲ ਉਮਰ ਹੈ, ਤੇ ਬੰਦੇ ਇਹ ਪੜ੍ਹ ਸਿੱਖ ਸਕਦੇ ਨੇ, ਲਿਖ ਸਕਦੇ ਨੇ, ਕੋਸ਼ਿਸ਼ ਕਰ ਸਕਦੇ ਨੇ। ਜਾਂ ਜਿਹੜੀਆਂ ਸਾਡੀਆਂ ਬੀਬੀਆਂ ਘਰਾਂ 'ਚ ਬੈਠੀਆਂ ਸਮਝਦੇ ਨੇ ਕਿ ਇਹਨਾਂ ਨੂੰ ਕੋਈ ਕੋਸ਼ਿਸ਼ ਕਰਨ ਤੇ ਲੈਂਗੁਏਜ ਕੋਰਸ ਕਰਨ ਤੇ ਇਹਨਾਂ 'ਚ ਕਪੈਸਿਟੀ ਹੈ ਵੇ ਔਰ ਇਹ ਸਾਡੀ ਜ਼ਬਾਨ ਨੂੰ ਸਮਝ ਸਕਦੇ ਨੇ, ਤੇ ਫਿਰ ਉਹਦੇ ਵਾਸਤੇ ਡਿਸਪੈਂਸਾ ਪਾਰਸ਼ੀਅਲ ਕਰ ਦਿੰਦੇ ਨੇ ਹੈ। ਤੇ ਉਹਦੇ ਵਿੱਚ ਫਿਰ ਉਹ ਜਦੋਂ ਉਹਨਾਂ ਚੀਜ਼ਾਂ 'ਚ ਤੁਸੀਂ ਪਾਸ ਹੋਵੋਗੇ ਤੇ ਫਿਰ ਉਹ ਨਾਲ ਲਾ ਕੇ ਤੇ ਨੈਸ਼ਨੈਲਿਟੀ ਦੇ ਪ੍ਰੋਸੈਸ ਵਿੱਚ ਜਿਹੜਾ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ। ਹੁਣ ਇਹਦੇ ਵਿੱਚ ਦੋ ਚੀਜ਼ਾਂ ਆ ਰਹੀਆਂ ਨੇ, ਦੋ ਮਸਲੇ ਇਸ ਸਰਟੀਫਿਕੇਟ ਵਿੱਚ ਆ ਰਹੇ ਨੇ। ਪਹਿਲਾ ਤਾਂ ਇਹ ਕਿ ਇਹ ਪ੍ਰੋਸੈਸ ਜਿਹੜਾ ਟਾਈਮ ਬਹੁਤ ਲੈਂਦਾ ਹੈ, ਕਾਫੀ ਮਹੀਨੇ ਲੱਗ ਜਾਂਦੇ ਨੇ ਇਸ ਪ੍ਰੋਸੈਸ ਨੂੰ ਹੋਣ 'ਤੇ ਹੈ। ਔਰ ਦੂਸਰਾ ਇਹ ਹੈ ਕਿ ਇਸ ਪ੍ਰੋਸੈਸ ਦਾ ਕਲੀਅਰ ਵੀ ਨਹੀਂ ਹੈ ਕਿ ਉਹ ਡਿਸਪੈਂਸਾ ਟੋਟਲ ਦਿੰਦੇ ਨੇ, ਡਿਸਪੈਂਸਾ ਪਾਰਸ਼ੀਅਲ ਦਿੰਦੇ ਨੇ ਜਾਂ ਰਿਜੈਕਟ ਕਰ ਦਿੰਦੇ ਨੇ। ਯਾਨੀ ਕਿ ਮਤਲਬ ਹੈ ਵੀ ਕਿ ਜਾਂ ਤਾਂ ਉਹ ਸਮਝਣਗੇ ਕਿ ਠੀਕ ਹੈ ਅਸੀਂ ਐਕਸੈਪਟ ਕਰਨੇ ਹਾਂ, ਜਾਂ ਉਹ ਕਹਿਣਗੇ ਕਿ ਠੀਕ ਹੈ ਅਸੀਂ ਅੱਧਾ ਐਕਸੈਪਟ ਕਰਨੇ ਹਾਂ, ਅੱਧਾ ਤੁਸੀਂ ਸਾਨੂੰ ਓਰਲ ਤੋਂ, ਜਾਂ ਉਹ ਕਹਿਣਗੇ ਕਿ ਨਹੀਂ ਅਸੀਂ ਟੋਟਲੀ ਰਿਜੈਕਟ ਕਰਨੇ ਹਾਂ ਔਰ ਤੁਸੀਂ ਜਿਹੜਾ ਜਾ ਕੇ ਤਾਂ ਖੁਦ ਅਪਲਾਈ ਕਰੋ ਹੈ। ਮਤਲਬ ਹੈ ਕਿ ਖੁਦ ਸਿੱਖੋ, ਫਿਰ ਟੈਸਟ ਤੋਂ ਫਿਰ ਆਓ ਹੈ। ਹੁਣ ਇਹਦੇ ਵਿੱਚ ਮਸਲੇ ਹਨ ਨੇ ਕਿ ਕਿਤੇ ਇਹ ਪ੍ਰੋਸੈਸ ਕਰਨ ਤੋਂ ਬਾਅਦ ਮਹੀਨੇ ਲੱਗ ਜਾਂਦੇ ਨੇ, ਠੀਕ ਹੈ ਜੀ। ਔਰ ਦੂਸਰਾ ਕੋਈ ਗਰੰਟੀ ਨਹੀਂ ਹੈ ਕਿ ਪਾਸ ਹੀ ਕਰਨ ਹੈ, ਠੀਕ ਹੈ ਜੀ। ਜੀਵਤੇ ਬਸਤੇ ਰਹੋ, ਅੱਲਾ ਸਾਹਿਬ ਦਾ ਹਾਮੀ ਨਾਸਰ ਹੋ, ਫੀ ਅਮਾਨ ਅੱਲਾ, ਟੇਕ केयर, अल्लाह हाफिज़।